ਕਹਾਣੀ ਸਿਵਿਆਂ ਦੀ ਕਰਸਾਂਝ। ਲੇਖਕ ਮਾਸਟਰ ਗੁਰਮੇਲ ਸਿੰਘ। ਬਾਪੂ ਬਾਜ ਘਰ ਦਾ ਬਾਹਰਲਾ ਬੂਹਾ ਖੋਲ ਕੇ ਆਪਣੇ ਘਰ ਅੰਦਰ ਆ ਵੜਿਆ। ਇਹ ਉਹੀ ਘਰ ਸੀ ਜੋ 5 ਮਹੀਨੇ ਪਹਿਲਾਂ ਸਾਫ਼ ਸੁਥਰਾ ਸੀ। ਘਰ ਦਾ ਵਿਹੜਾ ਕੱਚਾ ਹੋਣ ਦੇ ਬਾਵਜੂਦ ਵੀ ਸਾਫ਼ ਹੀ ਨਜ਼ਰੀ ਪੈਂਦਾ ਸੀ, ਪਰ ਇਸ ਥੋੜੇ ਜਿਹੇ ਸਮੇਂ ਵਿੱਚ ਇਸ ਘਰ ਦਾ ਸਾਰਾ ਨਕਸ਼ਾ ਹੀ ਜਿਵੇਂ ਬਦਲ ਗਿਆ ਹੋਵੇ। ਬਾਪੂ ਦੀ ਘਰਵਾਲੀ ਬੰਤੀ ਨੂੰ ਗੁਜਰੀ ਨੂੰ 30 ਵਰ੍ਹੇ ਹੋ ਗਏ ਸਨ। ਸੁਖਜੀਤ ਮਸਾਂ ਹੀ ਉਦੋਂ 3 ਵਰ੍ਹਿਆਂ ਦਾ ਹੋਵੇਗਾ ਜਦੋਂ ਉਸ ਦੀ ਮਾਂ ਇਸ ਜਹਾਨ ਤੋਂ ਰੁਖਸਤ ਹੋ ਗਈ। ਪਰ ਬਾਪੂ ਨੇ ਆਪਣੇ ਪੁੱਤ ਨੂੰ ਕਦੇ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ। ਅੱਤ ਦੀ ਗਰੀਬੀ ਵਿੱਚ ਦਿਹਾੜੀ ਕਰਕੇ ਪੁੱਤ ਨੂੰ ਚੰਗੀ ਪੜ੍ਹਾਈ ਲਿਖਾਈ ਕਰਵਾਈ। ਮਾਲਕ ਦੀ ਮਿਹਰ ਨਾਲ ਉਹ ਚੰਡੀਗੜ੍ਹ ਵਿਖੇ ਉੱਚਾ ਸਰਕਾਰੀ ਅਫਸਰ ਜਾ ਲੱਗਿਆ। ਕੁਝ ਚਿਰ ਮਗਰੋਂ ਉਹ ਉੱਥੇ ਹੀ ਚੰਗੇ ਕਾਰੋਬਾਰੀ ਦੇ ਘਰ ਵਿਆਹਿਆ ਗਿਆ ਤੇ ਚੰਡੀਗੜ੍ਹ ਜੋਗਾ ਹੀ ਹੋ ਕੇ ਰਹਿ ਗਿਆ। ਪਰ ਬਾਪੂ ਆਪਣੇ ਪਿੰਡ ਵਾਲੇ ਘਰ ਹੀ ਰਹਿੰਦਾ ਰਿਹਾ। ਅਜੇ ਸਿਰਫ 5 ਮਹੀਨੇ ਦੀ ਪਹਿਲਾਂ ਦੀ ਹੀ ਗੱਲ ਹੈ ਕਿ ਪੋਹ ਮਾਘ ਮਹੀਨੇ ਵੀ ਬਾਪੂ ਤਾਜ਼ੇ ਪਾਣੀ ਨਾਲ ਹੀ ਨਹਾਉਂਦਾ ਰਿਹਾ ਤੇ ਠੰਡ ਲੱਗਣ ਨਾਲ ਬਿਮਾਰ ਪੈ ਗਿਆ। ਪਤਾ ਲੱਗਣ ਤੇ ਸੁਖਜੀਤ ਆਪਣੇ ਪਿਤਾ ਦੇ ਘਰ ਮਿਲਣ ਆ ਪੁੱਜਾ ਤੇ ਕਹਿੰਦਾ, ਬਾਪੂ ਜੀ, ਤੁਹਾਨੂੰ ਮੈਂ ਬਥੇਰੀ ਵਾਰ ਕਿਹਾ ਕਿ ਤੁਸੀਂ ਮੇਰੇ ਨਾਲ ਹੀ ਸ਼ਹਿਰ ਆ ਕੇ ਰਹੋ, ਪਰ ਤੁਸੀਂ ਮੇਰੀ ਕੋਈ ਗੱਲ ਹੀ ਨਹੀਂ ਮੰਨਦੇ। ਬਾਪੂ ਬਾਜ ਨੇ ਆਪਣਾ ਪਰਨਾ ਢਾ ਕੇ ਦੁਬਾਰਾ ਬੰਨ੍ਹਦੇ ਹੋਏ ਕਿਹਾ, ਉਹ ਨਹੀਂ ਪੁੱਤ, ਮੈਨੂੰ ਕਿਹੜਾ ਇੱਥੇ ਕੋਈ ਤੰਗੀ ਹੈ ਭਲਾ। 2 ਟੁੱਕਰ ਖਾਣੇ ਹੁੰਦੇ ਆ। ਸਵੇਰੇ ਰੋਟੀਆਂ ਇਕੱਠੀਆਂ ਹੀ ਪਕਾ ਕੇ ਸ਼ਾਮ ਨੂੰ ਤੱਤੀਆਂ ਕਰਕੇ ਖਾ ਲੈਣ। ਸੁਖਜੀਤ ਨੇ ਬਾਪੂ ਨੂੰ ਬਾਂਹ ਤੋਂ ਫੜ ਕੇ ਮੰਜੇ ਤੋਂ ਉਠਾਉਂਦਿਆਂ ਕਿਹਾ, ਬਾਪੂ ਜੀ, ਮੈਂ ਹੁਣ ਕੁਝ ਨਹੀਂ ਜੇ ਸੁਣਨਾ। ਤੁਸੀਂ ਬੈਗ 'ਚ ਕੱਪੜੇ ਪਾਓ ਤੇ ਚਲੋ ਮੇਰੇ ਨਾਲ ਬੈਠੋ ਗੱਡੀ 'ਚ। ਪੁੱਤ ਦੀ ਜ਼ਿੱਦ ਵੇਖ ਕੇ ਬਾਪੂ ਤੋਂ ਇਨਕਾਰ ਕਰਨਾ ਹੋਇਆ ਤੇ ਉਹ ਕੱਪੜੇ ਇੱਕ ਥੈਲੇ ਵਿੱਚ ਪਾ ਕੇ ਸੁਖਜੀਤ ਨਾਲ ਗੱਡੀ ਵਿੱਚ ਬੈਠ ਗਿਆ। ਆਪਣੇ ਮੁੰਡੇ ਦੇ ਘਰ ਆ ਕੇ ਬਾਪੂ ਨੂੰ 1-2 ਦਿਨਾਂ ਵਿੱਚ ਹੀ ਜਿਵੇਂ ਬੇਗਾਨੇਪਨ ਦਾ ਅਹਿਸਾਸ ਹੋਣ ਲੱਗ ਪਿਆ। ਬਾਪੂ ਦੀ ਨੂੰਹ ਕਾਫੀ ਅਮੀਰ ਘਰ ਦੀ ਧੀ ਸੀ ਤੇ ਉਸਨੂੰ ਆਪਣੇ ਪਿਓ ਦੀ ਅਮੀਰੀ ਤੇ ਆਪਣੇ ਘਰ ਵਾਲੇ ਦੀ ਅਫਸਰੀ ਦਾ ਬੜਾ ਮਾਣ ਸੀ। ਉਸਨੇ ਕਦੇ ਵੀ ਦਿਲੋਂ ਬਾਪੂ ਜੀ ਦਾ ਸਤਿਕਾਰ ਨਾ ਕੀਤਾ। 2 ਰੋਟੀਆਂ ਪਲੇਟ ਵਿੱਚ ਰੱਖ ਕੇ ਹੀ ਉਹ ਪੁੱਛਣ ਲੱਗ ਪੈਂਦੀ, ਬਾਪੂ ਜੀ, ਕਿਆ ਆਪ ਔਰ ਰੋਟੀ ਲੈਂਗੇ? ਭਲਾ ਪਿੰਡ ਦੀਆਂ ਮੋਟੀਆਂ 5-7 ਰੋਟੀਆਂ ਖਾਣ ਵਾਲਾ ਬਾਪੂ ਕਿੱਥੇ 2 ਰੋਟੀਆਂ ਨਾਲ ਰੱਜਦਾ। ਬਾਪੂ ਸੱਚੀ ਤੀਜੀ ਰੋਟੀ ਮੰਗਣ ਲੱਗਾ ਵੀ ਸ਼ਰਮ ਮਹਿਸੂਸ ਕਰਨ ਲੱਗ ਪਿਆ। ਬਾਪੂ ਦੀ ਨੂੰਹ ਆਪਣੇ ਮੁੰਡੇ ਕੁੜੀ ਨੂੰ ਆਪਣੇ ਸਹੁਰੇ ਕੋਲ ਜਾਣ ਤੋਂ ਵੀ ਵਰਜਦੀ ਰਹਿੰਦੀ। ਜਦੋਂ ਰਾਤ ਨੂੰ ਬਾਪੂ ਉਦਾਸ ਹੁੰਦਾ ਤਾਂ ਆਪਣੇ ਪੋਤੇ ਪੋਤਰੀ ਨੂੰ ਕੋਲੇ ਬੁਲਾ ਕੇ ਕੋਈ ਕਹਾਣੀ ਸੁਣਾਉਣ ਬੈਠ ਜਾਂਦਾ ਜਾਂ ਨਿੱਕੀਆਂ ਗੱਲਾਂ ਕਰਨ ਲੱਗ ਜਾਂਦਾ। ਪਰ ਉਸਦੀ ਨੂੰਹ ਇਸ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਸਮਝਦੀ ਸੀ ਤੇ ਬਿਨਾਂ ਬਾਪੂ ਤੋਂ ਪੁੱਛੇ ਆਪਣੇ ਨਿਆਣਿਆਂ ਨੂੰ ਉਠਾ ਕੇ ਲੈ ਜਾਂਦੀ। ਬਾਪੂ ਜੀ ਨੂੰ ਸ਼ਹਿਰ ਆਏ ਨੂੰ ਕਰੀਬ 2 ਮਹੀਨੇ ਹੋ ਗਏ ਸਨ। ਸੁਖਜੀਤ ਨੇ ਗੱਲ ਗੌਰ ਕੀਤੀ ਕਿ ਹਸਮੁਖ ਸੁਭਾਅ ਵਾਲਾ ਉਸਦਾ ਪਿਤਾ ਹੁਣ ਬੁਝਿਆ ਰਹਿੰਦਾ ਹੈ। ਇੱਕ ਦਿਨ ਉਹ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ, ਬਾਪੂ ਜੀ, ਆਪਣੇ ਘਰ ਤੋਂ ਥੋੜੀ ਦੂਰ ਹੀ ਪਾਰਕ ਹੈ, ਤੁਸੀਂ ਸਵੇਰੇ ਸ਼ਾਮ ਉੱਥੇ ਘੁੰਮਾਇਆ ਕਰੋ, ਤੁਹਾਡਾ ਵੀ ਚੰਗਾ ਟਾਈਮ ਪਾਸ ਹੋ ਜਾਵੇਗਾ। ਬਾਪੂ ਜੀ ਨੇ ਇਹ ਸੁਣ ਕੇ ਝੱਟ ਹਾਂ ਵਿੱਚ ਸਿਰ ਹਿਲਾ ਦਿੱਤਾ। ਬਾਪੂ ਬਾਜ ਰੋਜ਼ਾਨਾ ਸਵੇਰੇ ਪਾਰਕ ਚਲਾ ਜਾਂਦਾ ਤੇ ਤੁਰ ਫਿਰ ਕੇ ਘਰ ਵਾਪਸ ਪਰਤ ਆਉਂਦਾ। ਇੱਕ ਦਿਨ ਪਾਰਕ ਦੇ ਅੱਗੋਂ ਲੰਘਦੇ ਉਸ ਨੂੰ ਪਿੰਡ ਦਾ ਸੂਬਾ ਤੇ ਉਸ ਦਾ ਮੁੰਡਾ ਪਾਲੀ ਮਿਲ ਗਿਆ। ਬਾਪੂ ਨੂੰ ਜਿਵੇਂ ਕੋਈ ਕੋਹਿਨੂਰ ਦਾ ਖਜ਼ਾਨਾ ਮਿਲ ਗਿਆ ਹੋਵੇ। ਬਾਪੂ ਨੇ ਉਸ ਨੂੰ ਘੁੱਟ ਕੇ ਜੱਫੀ ਪਾਉਂਦੇ ਹੋਏ ਕਿਹਾ, ਓਏ ਸੂਬਿਆ, ਉਹ ਤੂੰ ਇੱਥੇ ਕੀ ਕਰਦਾ ਭਲਾ? ਸੂਬੇ ਨੇ ਭਰੇ ਮਨ ਨਾਲ ਕਿਹਾ, ਓ ਯਾਰ ਬਾਦਸ਼ਾਹ, ਸ਼ਰੀਕਾਂ ਨੇ ਜ਼ਮੀਨ ਦਾ ਕੇਸ ਹੁਣ ਹਾਈ ਕੋਰਟ 'ਚ ਕਰ ਦਿੱਤਾ, ਬਸ ਉਸੇ ਦੀ ਤਰੀਕ ਭੁਗਤਣ ਆਈਦਾ ਚੰਡੀਗੜ੍ਹ। ਮੁੰਡਾ ਬਈ, ਕਾਹਦਾ ਪਿਆਰ ਰਹਿ ਗਿਆ ਭਰਾਵਾ, ਅੱਜ ਕੱਲ੍ਹ ਪੈਸਾ ਹੀ ਪਿਓ ਹੈ ਸਭ ਦਾ ਹੁਣ ਤਾਂ। ਉਹ ਚੱਲ ਛੱਡ ਯਾਰ, ਸੁਣਾ ਪਿੰਡ ਦੀ ਕੋਈ ਨਵੀਂ ਤਾਜ਼ੀ। ਚਲਾ ਘਰ ਚੱਲੀਏ। ਰਸਤੇ 'ਚ ਪਤਾ ਨਹੀਂ ਬਾਪੂ ਕਿੰਨੀਆਂ ਕੁ ਗੱਲਾਂ ਕਰਦਾ ਰਿਹਾ। ਘਰ ਪਿੰਡ ਵਾਲੇ ਬਿਨਾਂ ਬੁਲਾਏ ਮਹਿਮਾਨ ਵੇਖ ਕੇ ਬਾਪੂ ਦੀ ਨੂੰਹ ਨੂੰ ਜਿਵੇਂ ਸੱਪ ਹੀ ਸੁੰਘ ਗਿਆ ਹੋਵੇ।
ਉਸਨੇ ਪਿੰਡ ਵਾਲਿਆਂ ਨੂੰ ਬਸ ਦੂਰੋਂ ਦੂਰੋਂ ਹੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਤੇ ਸ਼ਰਮੋ ਸ਼ਰਮੀ ਢਾਬੇ ਤੋਂ ਰੋਟੀਆਂ ਮੰਗਵਾ ਕੇ ਪਿੰਡ ਵਾਲਿਆਂ ਨੂੰ ਰੋਟੀ ਖਵਾ ਕੇ ਘਰ ਤੋਰ ਦਿੱਤਾ। ਬਾਪੂ ਨੂੰ ਉਸਦਾ ਵਿਵਹਾਰ ਬਹੁਤ ਬੁਰਾ ਲੱਗਿਆ। ਕੁਝ ਦਿਨਾਂ ਬਾਅਦ ਘਰ ਦੀ ਛੱਤ ਤੇ ਚੜੇ ਬਾਪੂ ਨੂੰ ਨਾਲ ਦੇ ਘਰ ਗਹਿਮਾ ਗਹਿਮੀ ਹੁੰਦੀ ਵਿਖਾਈ ਦਿੱਤੀ। ਗੌਰ ਨਾਲ ਵੇਖਿਆ ਤਾਂ ਨਾਲ ਦੇ ਘਰ ਲੈਂਟਰ ਪੈਣ ਦੀ ਤਿਆਰੀ ਹੋ ਰਹੀ ਸੀ। ਬਾਪੂ ਨੂੰ ਤਾਂ ਜਿਵੇਂ ਚਾਅ ਚੜ ਗਿਆ ਹੋਵੇ। ਬਾਪੂ ਬਿਨਾਂ ਕਿਸੇ ਨੂੰ ਦੱਸੇ ਗੁਆਂਢੀਆਂ ਦੇ ਘਰ ਚਲਾ ਗਿਆ ਤੇ ਸਾਰਾ ਦਿਨ ਬੱਠਲਾਂ 'ਚ ਬਜਰੀ ਭਰ ਭਰ ਕੇ ਚਕਾਉਂਦਾ ਰਿਹਾ। ਬਾਪੂ ਨੇ ਅੱਜ ਕਈ ਮਹੀਨਿਆਂ ਬਾਅਦ ਹੱਥੀਂ ਕੰਮ ਕੀਤਾ ਸੀ। ਸ਼ਾਮ ਨੂੰ ਜਦੋਂ ਲਿਬੜਿਆ ਤਿਬੜਿਆ ਬਾਪੂ ਘਰ ਆਇਆ ਤਾਂ ਨੂੰਹ ਨੇ ਫਿਰ ਨੁਕਤਾਚੀਨੀ ਕਰਨੀ शुरू कर दी। बापू जी, आपकी तो रेपुटेशन है नहीं समाज में, हमारे स्टेटस का तो ध्यान रख लिया करो। आप क्या मजदूरों की तरह काम कर रहे थे उनके घर? मुझे तो सच में बहुत शर्म आ रही थी। ना पुत, इसमें शर्म वाली केड़ी गल है भला? पिंड च तां लोग अपने आप ही लेंटर वाले घर जाके काम करन लग पैंदे ने। ਇਹ ਤਾਂ ਇੱਕ ਸੇਵਾ ਹੁੰਦੀ ਹੈ, ਸੇਵਾ। ਬਾਪੂ ਨੇ ਆਪਣੇ ਕੱਪੜੇ ਝਾੜਦੇ ਹੋਏ ਕਿਹਾ। ਬਾਪੂ ਦੀ ਨੂੰਹ ਬੁੜਬੁੜ ਕਰਦੀ ਆਪਣੇ ਕਮਰੇ ਵਿੱਚ ਵੜ ਗਈ। ਬਾਪੂ ਬਾਜ ਦਾ ਹੁਣ ਇਸ ਘਰ ਦਿਲ ਨਹੀਂ ਸੀ ਲੱਗਦਾ। ਉਹ ਆਪਣੇ ਆਪ ਨੂੰ ਘਰ ਦਾ ਕੈਦੀ ਸਮਝਣ ਲੱਗ ਪਿਆ ਸੀ। ਕਈ ਵਾਰ ਤਾਂ ਰਾਤ ਨੂੰ ਸੁੱਤਾ ਹੋਇਆ ਸੋਚਦਾ, ਕਾਸ਼ ਮੈਂ ਪੰਛੀ ਹੋਵਾਂ ਤਾਂ ਪਲ ਛਿਨ ਵਿੱਚ ਚਲਾ ਜਾਵਾਂ ਆਪਣੇ ਘਰ, ਆਪਣੇ ਪਿੰਡ। ਉਹ ਘਰ ਜਿਹੜਾ ਮੈਂ ਤੇ ਬੰਤੋ ਨੇ ਇਕੱਠੇ ਬਣਾਇਆ ਸੀ। ਇੱਕ ਦਿਨ ਇੰਨਾ ਉਦਾਸ ਸੀ ਕਿ ਸੋਚਾਂ 'ਚ ਗੁਆਚਿਆ ਹੋਇਆ ਪਾਰਕ ਤੋਂ ਅੱਗੇ ਲੰਘ ਗਿਆ। ਮਾੜੀ ਕਿਸਮਤ ਸੜਕ ਤੇ ਗਲਤ ਪਾਸੇ ਤੋਂ ਆਉਂਦੇ ਸ਼ਰਾਬੀ ਮੋਟਰਸਾਈਕਲ ਵਾਲੇ ਨੇ ਆਪਣਾ ਮੋਟਰਸਾਈਕਲ ਬਾਪੂ ਦੇ ਵਿੱਚ ਮਾਰ ਦਿੱਤਾ। ਬਾਪੂ ਸੜਕ ਤੇ ਡਿੱਗ ਪਿਆ ਤੇ ਗੋਡੇ ਤੇ ਮੋਢੇ ਤੇ ਥੋੜੀਆਂ ਬਹੁਤ ਰਗੜਾਂ ਲੱਗ ਗਈਆਂ। ਆਲੇ ਦੁਆਲੇ ਦੇ ਲੋਕਾਂ ਨੇ ਬਾਪੂ ਦੀ ਮੱਲਮ ਪੱਟੀ ਕਰਾਈ ਤੇ ਉਸਨੂੰ ਘਰ ਛੱਡ ਆਏ। ਐਤਵਾਰ ਦਾ ਦਿਨ ਹੋਣ ਕਰਕੇ ਸੁਖਜੀਤ ਵੀ ਘਰ ਹੀ ਸੀ। ਬਾਪੂ ਨੂੰ ਜ਼ਖਮੀ ਵੇਖ ਕੇ ਉਹ ਘਬਰਾ ਗਿਆ ਤੇ ਬੈੱਡ ਤੇ ਲੰਮੇ ਪਾ ਦਿੱਤਾ। ਬਾਪੂ ਨੇ ਸਾਰੀ ਵਿਦਿਆ ਸੁਣਾ ਦਿੱਤੀ। ਪਤਾ ਨਹੀਂ ਉਸਦੀ ਭਰੀ ਪੀਤੀ ਨੂੰਹ ਨੇ ਕਿੰਨੀਆਂ ਕੁ ਗੱਲਾਂ ਕਰ ਦਿੱਤੀਆਂ। ना बापू जी, आप इतने ट्रैफिक में क्या करने गए थे? अगर आपको सड़क के दाएं बाएं का पता नहीं तो क्यों गए थे वहां? कुड़िए, ऐना भी पागल ना समझा कर मैनू। आ जिहड़ा तेरा घर वाला अफसर बनया है ना, मैनू पता उसकी मां दे मरन मगरों किवें पालिया मैं। हुण मैं नहीं रहना इस घर। पुत्त सुखजीत, मैनू कल पहली बसे चढ़ा देवीं, मैं पिंड मुड़ जाना हुण। बापू पता नहीं किन्ने महीनों का गवार बाहर कढ़ रहा सी। मुंडे ने बथेरा समझाउण दी कोशिश की बापू जी नूं, पर बापू जी ने जिवें पिंड वापस मुड़न दी जेदी फड़ ली होवे। अगली सवेर सुखजीत ने कार विच पिंड छड्ड आउण बारे कहा, पर बापू जी ने साफ मना कर दिता, जिस ते वो बापू जी नूं अपनी कार ते बस स्टैंड छड्डण लई तुर पिया। बापू जी, मैनूं पता है कि तुहाडी नूं तुहानूं चंगी नहीं लगदी। मैं तुहाडा सारा दुख समझदा। की करां, जे कुछ किया तां फिर कलेश पाएगी घर। और ना पुत, कलेश काहनूं पाउणा भला? मैं समझदा तेरी मजबूरी। तू पुत अपना घर सांभ, मेरी आपे वेखी जाऊ। पता नहीं की हो गया अजकल दियां नूहां नूं। प्यो नूं देवता समझदियां पर सहुरे नूं बंदा भी नहीं। इन्ने नूं बस स्टैंड आ गया ते बापू बस ते बैठ शाम वेले घर परता आया। रात नूं बापू चुल्हे 'च लकड़ां बाल के एक पत्थर गर्म करके गोडे ते टकोर करन लग पिया। बापू नूं जिवें पिंड वाले घर वापस परत के स्वर्ग ही मिल गया होवे। वो मुहारे ही अपनी मरी हुई घर वाली बंतो नाल बोलण लग पिया। ले बंतो, आ गया मैं अपने घर। पता, ये घर तू ते मैं रल के बनाया सी। दस किवें छड्ड दिंदा इहनूं? अपना घर तां अपना ही हुंदा, चाहे माड़ा ही क्यों ना होवे। हुण तां ਇਹਦੀ ਤੇ ਮੇਰੀ ਸਾਂਝ ਸਿਵਿਆਂ ਤੱਕ ਚੱਲੂ। ਇਹ ਬੋਲਦਾ ਹੋਇਆ ਬਾਪੂ ਮੰਜੇ ਤੇ ਦਰੀ ਵਿਛਾ ਲੰਮਾ ਪੈ ਗਿਆ।